NIRF ਰੈਂਕਿੰਗ 2022 ਦੇ ਵਿੱਚ ਭਾਰਤੀ ਯੂਨੀਵਰਸਿਟੀਆਂ ਦੇ ਵਿੱਚੋਂ ਚੋਟੀ ਦੀਆਂ 30 ਯੂਨੀਵਰਸਿਟੀਆਂ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾ ਵੀ ਨਾਮ ਸਾਹਮਣੇ ਆਇਆ ਹੈ। ਪੰਜਾਬ ਅਤੇ ਟਰਾਈ ਸਿਟੀ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਇਹ ਨੰਬਰ 1 ਦੇ ਉੱਤੇ ਹੈ। ਚੋਟੀ ਦੀਆਂ ਬਹੁ ਰਾਸ਼ਟਰੀ ਕੰਪਨੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਬੈਚ 2022 ਕੈਂਪਸ ਪਲੇਸਮੈਂਟ ਦੇ ਵਿੱਚ ਪੰਜਾਬ ਦੇ 1008 ਵਿਦਿਆਰਥੀਆਂ ਨੂੰ ਪਲੇਸਮੈਂਟ ਦਿੱਤੀ ਹੈ। ਦੇਸ਼ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚੋਂ ਤੀਜੇ ਸਥਾਨ ਦੇ ਉੱਤੇ QS ਵਿਸ਼ਵ ਰੈਂਕਿੰਗ 2023 ਦੀ ਪੇਸ਼ਕਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੋਗਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਰੱਖੇ ਗਏ ਇੱਕ ਪ੍ਰੋਗਰਾਮ ਦੇ ਵਿੱਚ ਚੰਡੀਗੜ੍ਹ ਦੇ ਚਾਂਸਲਰ ਡਾਕਟਰ RS ਬਾਵਾ ਨੇ ਸ਼ਿਰਕਤ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਵੱਲੋਂ ਸ਼ਾਨਦਾਰ ਪ੍ਰਾਪਤ ਕੀਤੀਆਂ ਉਪਲਬਧੀਆਂ ਗਿਣਾਈਆਂ ਗਈਆਂ। ਮੋਗਾ ਤੋਂ ਅੱਜ ਦੀ ਆਵਾਜ਼ ਦੇ ਲਈ ਮਨੀਸ਼ ਗਰਗ ਦੀ ਰਿਪੋਰਟ। ਗਰਾਊਂਡ ਸਟੇਸ਼ਨ ਅਸੀਂ ਜਿੰਨੇ ਵੀ ਇੰਡੀਆ ਦੇ ਸੈਟੇਲਾਈਟ ਆ ਉਹਦੀ ਸਭ ਦੀ ਮੋਨੀਟਰਿੰਗ ਸਾਡੀ ਯੂਨੀਵਰਸਿਟੀ 'ਚ ਹੁੰਦੀ ਹੈ। ਉਹਦਾ ਉਦਘਾਟਨ ਜਿਹੜਾ ਹੈ ਉਹ ਸਾਡੇ ਭਾਰਤ ਦੇ ਜਿਹੜੇ ਰੱਖਿਆ ਮੰਤਰੀ ਹੈ ਰਾਜਨਾਥ ਸਿੰਘ ਜੀ ਉਹਨਾਂ ਨੇ ਕੀਤਾ ਸੀਗਾ। ਔਰ ਅਸੀਂ ਆਜ਼ਾਦੀ ਦੇ ਸੰਬੰਧ ਵਿੱਚ ਇਸ ਸਾਲ ਦੇ ਵਿੱਚ 75 ਸੈਟੇਲਾਈਟ ਲਾਂਚ ਕਰਨ ਜਾ ਰਹੇ ਹਾਂ। ਚੰਡੀਗੜ੍ਹ ਯੂਨੀਵਰਸਿਟੀ ਨੋਡਲ ਏਜੰਸੀ ਹੈ। 75 ਯੂਨੀਵਰਸਿਟੀਆਂ ਹੋਣਗੀਆਂ ਜਿਹਦੇ ਵਿੱਚੋਂ ਲਗਭਗ 45 ਇੰਡੀਅਨ ਯੂਨੀਵਰਸਿਟੀਜ਼ ਹੈ, ਜਿਹੜੀਆਂ 30 ਯੂਨੀਵਰਸਿਟੀਆਂ ਉਹ ਫੋਰਨ ਦੀਆਂ, ਪਰ ਸਭ ਦੀ ਟ੍ਰੇਨਿੰਗ ਚੰਡੀਗੜ੍ਹ ਯੂਨੀਵਰਸਿਟੀ ਕਰ ਰਹੀ ਹੈ। ਉਹਨਾਂ 'ਚੋਂ ਇੱਕ ਸੈਟੇਲਾਈਟ ਜਿਹੜਾ ਹੈ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਹੋਏਗਾ, IoT ਬੇਸਡ ਹੋਏਗਾ, ਉਹ ਚੰਡੀਗੜ੍ਹ ਯੂਨੀਵਰਸਿਟੀ ਲਾਂਚ ਕਰੇਗੀ। ਤਾਂ ਉਹਦੇ ਵਿੱਚ ਸਾਡੇ 2 ਬੱਚੇ ਸ਼ਾਮਲ ਹੈ ਔਰ ਇੱਕ ਬੱਚਾ ਜਿਹੜਾ ਹੈ ਇਹ ਜਨਰਲ ਪੇਟੈਂਟ ਇਹਦੇ ਹੈਗੇ ਆ। ਦੋਨੇ ਆਓ ਬੱਚੇ, ਤੁਸੀਂ ਇੱਥੇ ਆਓ, ਇੱਕ ਇੱਧਰ ਆ ਜਾਓ, ਤੂੰ ਆ ਜਾ, ਤੁਸੀਂ ਇੱਧਰ ਆਓ ਮੇਰੇ ਬੇਟੇ। मैं पिंड बग्गे का रहने वाला जो कि जिला मोगा के अंदर ही आता है। तो मैं गल करा तो मैं चंडीगढ़ यूनिवर्सिटी के एरोस्पेस इंजीनियरिंग डिपार्टमेंट का स्टूडेंट हाँ। तो मैं जो अपने पेटेंट्स की गल करा तो मेरा पहला पेटेंट है ऑटोनोमस एरियल व्हीकल, जो कि एक तरह का फ्लाइंग विंग आप तैयार किया है, जो कि हवा में बिना पायलट के उड़ता है। वो खासियत यह है कि 2 ਤੋਂ 5 किलो तक की चीज़ ਚੱਕ ਕੇ ਲਿਜਾ ਸਕਦਾ ਤੇ ਆਟੋਮੈਟਿਕਲੀ ਉੱਡਦਾ ਹੈ। ਆਪਾਂ ਨੂੰ ਕੋਈ ਵੀ ਇਨਪੁਟ ਦੇਣ ਦੀ ਲੋੜ ਨਹੀਂ। ਇਹਦੇ ਵਿੱਚ ਆਪਾਂ ਕਈ ਤਰ੍ਹਾਂ ਨਾਲ ਯੂਜ਼ ਕਰ ਸਕਦੇ, ਜਿਵੇਂ ਕਿ ਐਗਰੀਕਲਚਰ 'ਚ ਇਹਦੀ ਯੂਜ਼ ਹੈ, ਜਿਵੇਂ ਕਿ ਆਪਾਂ ਸਰਵੇਲੈਂਸ ਕਰਨੀ ਹੈ ਜਾਂ ਸਪਰੇਇੰਗ ਕਰਨੀ ਹੈ, ਇਹਨਾਂ ਚੀਜ਼ਾਂ 'ਚ ਯੂਜ਼ ਹੋ ਸਕਦਾ। ਦੂਸਰੀ ਚੀਜ਼ ਇਹ ਮਿਲਟਰੀ 'ਚ ਯੂਜ਼ ਹੋ ਸਕਦਾ, ਜਿੱਦਾਂ ਕਿ ਆਪਾਂ ਸਰਵੇਲੈਂਸ ਕਰਨੀ ਹੈ ਜਾਂ ਕਿਸੇ ਹੋਰ ਆਪਾਂ ਕੋਈ ਚੀਜ਼ ਉਹਨਾਂ ਨੂੰ ਸੈਂਡ ਕਰਨੀ ਹੈ, ਜਿਵੇਂ ਕਿ ਹਿਲੀ ਏਰੀਆਜ਼ 'ਚ। ਇਹਦੇ 'ਚ ਆਪਾਂ ਕਿਸੇ ਵੀ ਆਰਮੀ ਪਰਸਨਲ ਨੂੰ ਡੈਮੇਜ ਕੀਤੇ ਬਿਨਾਂ ਆਪਾਂ ਸੈਂਡ ਕਰ ਸਕਦੇ ਹਾਂ। ਤੀਸਰੀ ਚੀਜ਼ ਇਹ ਆਪਣੇ ਕੋਲ ਇੱਥੇ ਕਈ ਹੋਰ ਥਾਵਾਂ 'ਤੇ ਵੀ ਯੂਜ਼ ਹੋ ਸਕਦਾ, ਜਿਵੇਂ ਡਿਜ਼ਾਸਟਰ ਏਰੀਆ, ਫਲੱਡ ਪ੍ਰੋਨ ਏਰੀਆ, ਉੱਥੇ ਆਪਾਂ ਮੈਡੀਸਿਨਸ ਅਤੇ ਹੋਰ ਵੀ ਚੀਜ਼ਾਂ ਸਪਲਾਈ ਕਰ ਸਕਦੇ ਹਾਂ, ਫੂਡ ਵੀ ਸਪਲਾਈ ਕਰ ਸਕਦੇ ਹਾਂ। ਅਤੇ ਆਪਾਂ ਸਰਵੇਲੈਂਸ ਕਰ ਸਕਦੇ ਹਾਂ ਕਿ ਕਿਵੇਂ ਇੱਥੇ ਆਪਾਂ ਕੀ ਪ੍ਰੋਬਲਮ ਹੈ, ਕਿਵੇਂ ਆਪਾਂ ਇਹਨਾਂ ਨੂੰ ਯੂਜ਼ ਕਰੀਏ। ਜਿਹੜਾ ਡਰੋਨ ਨਾਲੋਂ ਕਿਵੇਂ ਵੱਖਰਾ ਇਹ? ਡਰੋਨ ਨਾਲੋਂ ਇਹ ਵੱਖਰਾ ਕਿਉਂਕਿ ਇਹ ਫਲਾਈਂਗ ਵਿੰਗ ਦੀ ਸਟਰਕਚਰ 'ਚ ਇਸ ਦੇ ਨਾਲ ਇਹਦੀ ਐਫੀਸ਼ੀਐਂਸੀ ਵੱਧ ਗਈ, ਪਹਿਲੀ ਗੱਲ ਤਾਂ। ਦੂਸਰੀ ਗੱਲ ਇਹ ਕਾਫੀ ਇਹਦੀ ਜੋ ਰੇਂਜ ਹੈ ਇਨਕਰੀਜ਼ ਕੀਤੀ ਹੋਈ ਹੈ। ਇਹ 10 ਕਿਲੋਮੀਟਰ ਤੱਕ ਇਹ ਉੱਡ ਸਕਦਾ ਹੈ ਅਤੇ ਸਾਨੂੰ ਲਾਈਵ ਵੀਡੀਓ ਦਿੰਦਾ ਹੈ। ਇਹਦੇ ਵਿੱਚ ਇੱਕ ਅਸੀਂ ਕੈਮਰਾ ਤੇ ਵੀਡੀਓ ਰਿਸੀਵਰ ਲਾਇਆ ਹੋਇਆ, ਜਿਹਦੇ ਨਾਲ ਕਿ ਇਹ ਆਪਾਂ ਨੂੰ ਰੀਅਲ ਟਾਈਮ ਵੀਡੀਓਗ੍ਰਾਫੀ ਆਪਾਂ ਨੂੰ ਮਿਲਦੀ ਰਹਿੰਦੀ ਹੈ। ਹਾਈਟ ਤੱਕ ਕਿੰਨਾ ਜਾ ਸਕਦਾ? ਹਾਈਟ ਇਹ 10 ਕਿਲੋਮੀਟਰ ਦੀ ਰੇਂਜ ਆਪਾਂ ਉਡਾ ਸਕਦੇ ਹਾਂ ਅਕੋਰਡਿੰਗ ਟੂ DGCA। ਸੋ ਆਪਾਂ ਉਨੀ ਹੀ ਹਾਈਟ ਤੇ ਉਡਾਉਂਦੇ। ਕਿੰਨੇ ਘੰਟੇ ਦਾ ਬੈਕਅਪ ਕਿੰਨੇ ਚੱਲ ਸਕਦਾ? ਬੈਕਅਪ ਹਾਲੇ ਤੱਕ ਸਾਡੇ ਕੋਲ 30 ਮਿੰਟ ਤੱਕ ਦਾ ਬੈਕਅਪ ਹੈ ਇਹਦਾ, ਬਟ ਇਹ ਆਪਾਂ ਡਿਪੈਂਡਿੰਗ ਔਨ ਚੀਜ਼ਾਂ ਆਪਾਂ ਮੋਡੀਫਾਈ ਕਰਕੇ ਇਨਕਰੀਜ਼ ਕਰ ਸਕਦੇ ਹਾਂ ਅਕੋਰਡਿੰਗ ਟੂ ਰਿਕੁਆਇਰਮੈਂਟ। ਫਿਰ ਇਸ ਤੋਂ ਬਾਅਦ ਆਪਣਾ ਦੂਸਰਾ ਪੇਟੈਂਟ ਹੈ ਜੋ ਕਿ ਹੈ ਆਪਣਾ ਵਹੀਕਲ ਓਵਰਲੋਡਿੰਗ ਡਿਟੈਕਸ਼ਨ ਸਿਸਟਮ, ਜੋ ਕਿ ਆਪਾਂ ਦੇਖਦੇ ਹਾਂ ਟਰੱਕਾਂ ਵਿੱਚ ਕਈ ਵਾਰ ਓਵਰਲੋਡਿੰਗ ਕਰਕੇ ਆਪਣੇ ਕੋਲ ਐਕਸੀਡੈਂਟਸ ਹੋ ਜਾਂਦੇ ਹਨ। ਤਾਂ ਇਹਦੇ ਵਿੱਚ ਅਸੀਂ ਇੱਕ ਸਿਸਟਮ ਤਿਆਰ ਕੀਤਾ ਹੈ, ਜਿਹਦੇ ਵਿੱਚ ਆਪਣੀ ਇੱਕ ਲਿਮਿਟ ਸੈੱਟ ਕਰ ਦਿੱਤੀ ਜਾਂਦੀ ਹੈ ਕਿ ਇੰਨਾ ਆਪਾਂ ਭਾਰ ਪਾਉਣਾ ਹੈ ਇਹਦੇ 'ਤੇ। ਇਸ ਤੋਂ ਜ਼ਿਆਦਾ ਓਵਰਲੋਡ ਹੋਣ ਤੋਂ ਬਾਅਦ ਇਹ ਆਪੇ ਇੱਕ ਸੈਂਸਰ ਜਿਹਾ ਹੈ ਜੋ ਕਿ ਅਲਾਰਮ ਦੀ ਤਰ੍ਹਾਂ ਸਾਨੂੰ ਦੱਸ ਦਿੰਦਾ ਹੈ ਕਿ ਇਸ ਤੋਂ ਬਾਅਦ ਆਪਾਂ ਇਹਨੂੰ ਹੋਰ ਲੋਡ ਨਹੀਂ ਕਰਨਾ ਹੈ, ਤਾਂ ਕਿ ਆਪਾਂ ਐਕਸੀਡੈਂਟਸ ਤੋਂ ਬਚਿਆ ਜਾ ਸਕੇ। ਤੀਸਰੀ ਚੀਜ਼ ਹੈ ਸਾਡਾ ਵਹੀਕਲ ਰੈਂਟਲ ਸਿਸਟਮ, ਜਿਵੇਂ ਕਿ ਆਪਾਂ ਦੇਖਦੇ ਹਾਂ ਊਬਰ ਹੈ, ਓਲਾ ਹੈ, ਇਹ ਚੀਜ਼ਾਂ ਹੈ ਆਪਣੇ ਕੋਲ। ਬਟ ਜਿੱਦਾਂ ਕਿ ਹੁਣ ਮੈਟਰੋਪੋਲੀਟਨ ਸਿਟੀਜ਼ ਜਿਵੇਂ ਦਿੱਲੀ ਹੋ ਗਿਆ, ਮੁੰਬਈ ਹੋ ਗਿਆ, ਇੱਥੇ ਕੰਜਸਟਡ ਹੋ ਗਿਆ ਕਿਉਂਕਿ ਆਪਣੇ ਕੋਲ ਪਾਰਕਿੰਗ ਦੀ ਪ੍ਰੋਬਲਮ ਆ ਰਹੀ ਹੈ, ਜਾਂ ਇਸ ਕਰਕੇ ਵੀ ਕਈ ਵਾਰ ਆਪਾਂ ਨੂੰ ਸੜਕਾਂ 'ਤੇ ਟ੍ਰੈਫਿਕ ਦਾ ਸਾਹਮਣਾ। ਇਸ ਦੇ ਨਾਲ ਕੀ ਅਸੀਂ ਇੱਕ ਚੀਜ਼ ਯੂਜ਼ ਕੀਤੀ, ਜਿਵੇਂ ਕਿ ਆਪਾਂ ਇਹਨਾਂ ਨੂੰ ਪੈਸਿਵਲੀ ਇਨਕਮ ਦਾ ਸੋਰਸ ਬਣਾਇਆ। ਜਿਵੇਂ ਕਿ ਆਪਾਂ ਕੋਈ ਬੰਦਾ ਹੈ ਜੋ ਆਪਣੇ ਕੋਲ ਜਾਂਦਾ ਹੈ, ਆਪਣੇ ਕਾਰ ਲੈ ਕੇ ਆਪਣੇ ਆਫਿਸ 'ਚ ਜਾਂਦਾ ਹੈ, ਅਤੇ ਉੱਥੇ ਉਹ ਕੀ ਕਰੂਗਾ ਕਿ ਆਪਦੀ ਜਿਹੜੀ ਗੱਡੀ ਹੈ ਉਹ ਰੈਂਟ ਕਰ ਦੂਗਾ ਤਾਂ ਉਹ ਜੋ ਹੈ ਕਿਸੇ ਨੂੰ ਲੋੜ ਹੈ ਉੱਥੇ ਗੱਡੀ ਦੀ, ਉਹ ਆਪਣਾ ਲਿਜਾ ਸਕਦਾ ਐਜ਼ ਏ ਕਿਰਾਏ 'ਤੇ, ਅਤੇ ਉਹ ਫਿਰ ਉਹਨੂੰ ਇੱਕ ਪੈਸਿਵ ਇਨਕਮ ਦੀ ਸੋਰਸ ਜਨਰੇਟ ਹੋ ਗਈ ਉਹਨੂੰ। ਫਿਰ ਮੈਂ ਗੱਲ ਕਰਾਂ ਤਾਂ ਮੈਂ 2 ਇੰਟਰਨਸ਼ਿਪ ਕੀਤੀਆਂ। ਇੱਕ ਤਾਂ ਮੈਂ ਪੰਜਾਬ 에ਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਤੋਂ, ਜਿੱਥੇ ਕਿ ਮੈਂ ਹੰਸਾ ਐਂਡ ਲੀਅਰ ਜੈਟ 에ਅਰਕ੍ਰਾਫਟ 'ਤੇ ਮੈਂ ਉਹਨਾਂ ਦੇ ਕੰਪੋਨੈਂਟਸ 'ਤੇ ਕੰਮ ਕਰਿਆ। ਫਿਰ ਇਸ ਤੋਂ ਬਾਅਦ ਮੈਂ ਟਰਮੀਨਲ ਬਲਿਸਟਿਕ ਰਿਸਰਚ ਲੈਬੋਰਟਰੀ 'ਤੇ, ਜੋ ਕਿ DRDO ਦੇ ਅੰਦਰ ਆਉਂਦੀ ਹੈ, ਉੱਥੇ ਮੈਂ ਇੱਕ ਰਿਸਰਚ ਪ੍ਰੋਜੈਕਟ ਕੀਤਾ, ਯੂਜ਼ ਆਫ ਕੰਪੋਜ਼ਿਟ ਮਟੀਰੀਅਲ ਹਾਈ ਸਪੀਡ ਰੌਕਟ ਸਲੈਟ, ਜਿਹਦੇ 'ਚ ਮੈਂ ਆਪਦਾ ਰਿਸਰਚ ਐਂਡ ਰਿਪੋਰਟ ਤਿਆਰ ਕਰਕੇ ਸਾਇੰਟਿਸਟ ਨੂੰ ਦਿੱਤੀ ਹੈ। ਫਿਰ ਇਸ ਤੋਂ ਇਲਾਵਾ ਮੈਨੂੰ IIT ਬੰਬੇ ਤੋਂ ਵੀ ਮੈਨੂੰ ਇੱਕ ਇੰਟਰਨਸ਼ਿਪ ਆਫਰ ਹੋਈ ਸੀ, ਜਿੱਥੇ ਕਿ ਮੈਂ ਕੋਵਿਡ ਦੇ ਕਾਰਨ ਉਹ ਕੈਂਸਲ ਹੋ ਗਈ ਸੀ। ਫਿਰ ਉਸ ਤੋਂ ਬਾਅਦ ਮੇਰੀ ਪਲੇਸਮੈਂਟ ਹੋਈ, ਜੋ ਕਿ ਕੈਪਜੈਮਨੀ 'ਚ ਹੋਈ। ਉੱਥੇ ਮੈਂ ਐਜ਼ ਐਨ ਐਰੋਨੋਟੀਕਲ ਐਨਾਲਿਸਟ ਕੰਮ ਕਰਦਾ।
ਇਹ ਸਾਰਾ ਚੀਜ਼ਾਂ 'ਚ ਮੈਨੂੰ ਚੰਡੀਗੜ੍ਹ ਯੂਨੀਵਰਸਿਟੀ ਤੋਂ ਕਾਫੀ ਹੈਲਪ ਮਿਲੀ। ਜਿਵੇਂ ਕਿ ਆਪਾਂ ਪੇਟੈਂਟਸ ਦੀ ਗੱਲ ਕਰੀਏ ਤਾਂ ਇਹਨਾਂ ਦੇ IPR ਸੈੱਲ ਨੇ, ਮੈਂ ਇਹਨਾਂ ਤੋਂ ਕਾਫੀ ਹੈਲਪ ਮਿਲੀ। ਫਿਰ ਮੈਨੂੰ ਸਟਾਰਟਅਪਸ ਬਾਰੇ ਵੀ ਇਨਫੋਰਮੇਸ਼ਨ ਲਈ, ਇਹਨਾਂ ਕੋਲ ਆਪਣਾ ਇੱਕ ਸਟਾਰਟਅਪ ਦਾ ਵੀ ਡਿਪਾਰਟਮੈਂਟ ਹੈ। ਫਿਰ ਉਸ ਤੋਂ ਬਾਅਦ ਸਾਨੂੰ ਜੋ ਹੈ ਕਿ ਇੱਕ DCPT ਡਿਪਾਰਟਮੈਂਟ ਹੈ ਜੋ ਕਿ ਸਾਨੂੰ ਤਿਆਰ ਕਰਾਉਂਦਾ ਹੈ ਕਿ ਕਿਵੇਂ ਇੰਟਰਵਿਊਜ਼ ਫੇਸ ਕਰਨੀਆਂ, ਸਾਨੂੰ ਕੀ ਟੈਕਨੀਕਲ ਸਕਿੱਲਸ ਚਾਹੀਦੀਆਂ ਹਨ ਇੰਟਰਵਿਊ ਫੇਸ ਕਰਨ ਲਈ। ਇਹਨਾਂ ਚੀਜ਼ਾਂ ਕਰਕੇ ਮੇਰੀ ਜੋ ਹੈ ਪਲੇਸਮੈਂਟ ਹੋਈ ਕੈਪਜੈਮਿਨੀ 'ਚ, ਅਤੇ ਉਹਦੇ 'ਚ ਮੈਂ ਪ੍ਰੋਜੈਕਟ 'ਚ ਬੰਬਾਰਡੀਅਰ ਜੋ ਕਿ ਇੱਕ ਕੈਨੇਡੀਅਨ ਕੰਪਨੀ ਹੈ 에ਅਰਕ੍ਰਾਫਟ ਦੀ, ਉਹਦੇ ਨਾਲ ਮੈਂ ਹਲੇ ਕੰਮ ਕਰ ਰਿਹਾ ਐਜ਼ ਏ 에ਅਰਕ੍ਰਾਫਟ ਮੈਨੂਅਲਸ 'ਤੇ। ਚੰਡੀਗੜ੍ਹ ਯੂਨੀਵਰਸਿਟੀ ਦੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਪਾਰਟਮੈਂਟ ਦੀ ਵਿਦਿਆਰਥਣ ਹਾਂ। ਮੈਂ ਛੋਟੀ ਜਿਹੀ ਆਪਣੀ ਲਾਈਫ ਦੀ ਜਰਨੀ ਦੱਸਣਾ ਚਾਹੁੰਦੀ ਹਾਂ। ਮੈਨੂੰ ਬਚਪਨ ਤੋਂ ਹੀ ਬਹੁਤ ਜ਼ਿਆਦਾ ਕਿਉਰਿਓਸਿਟੀ ਸੀ ਸੈਟੇਲਾਈਟ ਸਪੇਸ ਨੂੰ ਲੈ ਕੇ, ਲਾਈਕ ਕਿੱਦਾਂ ਲੋਕ ਸਪੇਸ 'ਚ ਚਲੇ ਜਾਂਦੇ ਆ, ਕਿੱਦਾਂ ਸੈਟੇਲਾਈਟ ਪਿਕਚਰਸ ਜਿਹੜੀਆਂ ਸਾਡੀਆਂ ਡਰਾਇੰਗ ਬੁੱਕਸ ਤੋਂ ਕਿੱਦਾਂ ਡਿਫਰੈਂਟ ਹੁੰਦੀਆਂ। ਤਾਂ ਮੈਂ ਇਸ ਚੀਜ਼ ਨੂੰ ਲੈ ਕੇ ਬਹੁਤ ਕਿਉਰਿਓਸਿਟੀ ਸੀ ਬਚਪਨ ਤੋਂ ਹੀ, ਅਤੇ ਮੇਰਾ ਇੱਕ ਡਰੀਮ ਸੀ ਕਿ ਮੈਂ ਨਾਸਾ ਜਾਵਾਂ, ਅਤੇ ਮੈਂ 2018 ਦੇ ਵਿੱਚ ਨਾਸਾ ਫਲੋਰੀਡਾ ਜਾ ਕੇ ਆਈ। ਅਤੇ ਜਰਨੀ ਖਤਮ ਨਹੀਂ ਹੋਈ। ਮੈਂ 2019 ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲਿਆ, ਅਤੇ ਤੁਸੀਂ ਜਾਣਦੇ ਹੋ ਕਿ 2020 ਦੇ ਵਿੱਚ ਕੋਵਿਡ ਸ਼ੁਰੂ ਹੋ ਗਿਆ, ਅਤੇ 2020-21 ਪੀਕ 'ਤੇ ਰਿਹਾ ਕੋਵਿਡ। ਸੋ ਚੰਡੀਗੜ੍ਹ ਯੂਨੀਵਰਸਿਟੀ ਨੇ, ਜਦੋਂ ਮੈਂ 3rd ਈਅਰ ਦੇ ਵਿੱਚ ਸੀਗੀ, ਤਾਂ ਇੱਕ ਨਾਰਥ ਇੰਡੀਆ ਦਾ ਫਰਸਟ ਰਿਸਰਚ ਸੈਂਟਰ ਬਣਾਇਆ ਜੋ ਕਿ ਕਲਪਨਾ ਚਾਵਲਾ ਸੈਂਟਰ ਫॉर ਰਿਸਰਚ ਇਨ ਸਪੇਸ ਸਾਇੰਸ ਐਂਡ ਟੈਕਨੋਲੋਜੀ। ਅਤੇ ਉਹਦਾ ਸਭ ਤੋਂ ਪਹਿਲਾ ਪ੍ਰੋਗਰਾਮ ਸੀ CUSAT ਸਟੂਡੈਂਟ ਸੈਟੇਲਾਈਟ ਪ੍ਰੋਗਰਾਮ। ਜਿੱਦਾਂ ਕਿ ਸਰ ਨੇ ਮੈਂਸ਼ਨ ਕੀਤਾ ਕਿ 75 ਸਟੂਡੈਂਟ ਮੇਡ ਸੈਟੇਲਾਈਟ ਲਾਂਚ ਕਰਨ ਵਾਲਾ ਹੈ ਇੰਡੀਆ, ਜਿੱਦਾਂ ਕਿ ਸਾਡੇ ਮਾਨਨੀय ਪ੍ਰਧਾਨ ਮੰਤਰੀ ਜੀ ਨੇ ਕਿਹਾ। ਅਤੇ ਉਸ ਵਿੱਚੋਂ ਸਭ ਤੋਂ ਪਹਿਲਾ ਸੈਟੇਲਾਈਟ ਚੰਡੀਗੜ੍ਹ ਯੂਨੀਵਰਸਿਟੀ ਦਾ ਆ। ਅਤੇ ਚੰਡੀਗੜ੍ਹ ਯੂਨੀਵਰਸਿਟੀ ਨਾ ਕੇਵਲ ਇੱਕ ਸੈਟੇਲਾਈਟ, ਉਸ ਤੋਂ ਇਲਾਵਾ 74 ਸੈਟੇਲਾਈਟ ਵੀ ਮੈਂਟਰ ਕਰ ਰਹੀ ਆ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਉਸ ਦਾ ਪਾਰਟ ਬਣੀ, ਅਤੇ ਉਸ ਦੇ ਪਾਰਟ ਦੇ ਨਾਲ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਫੈਸਲਾ ਲਿਆ ਕਿ ਅਸੀਂ ਨਾਸਾ ਕੈਨਸੈਟ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕਰੀਏ। ਅਸੀਂ ਉਹਦਾ ਫਸਟ ਜਿਹੜਾ ਸਾਡਾ ਡਿਜ਼ਾਈਨ ਸੀ ਅਸੀਂ ਉਹ ਵੀ ਲੈ ਕੇ ਆਏ। ਇਹ ਅਸੀਂ ਆਪਣੀ ਲੈਬ ਦੇ ਵਿੱਚ ਬਣਾਇਆ 3D ਯੂਜ਼ਿੰਗ 3D ਪ੍ਰਿੰਟਰਸ। ਸੋ ਜਰਨੀ ਸ਼ੁਰੂ ਹੋਈ ਸਾਡੇ ਨਾਸਾ ਕੈਨਸੈਟ ਕੰਪੀਟੀਸ਼ਨ ਦੀ, ਅਤੇ ਅਸੀਂ ਉਹਦੇ ਪ੍ਰੀਲਿਮਿਨਰੀ ਡਿਜ਼ਾਈਨ ਰਿਵਿਊ ਜੋ ਕਿ PDR ਸੀ, ਉਹਦੇ ਵਿੱਚ ਗਲੋਬਲੀ ਰੈਂਕ 4 ਪ੍ਰਾਪਤ ਕੀਤਾ। ਅਤੇ ਉਸ ਤੋਂ ਬਾਅਦ ਕ੍ਰਿਟੀਕਲ ਡਿਜ਼ਾਈਨ ਰਿਵਿਊ ਦੇ ਵਿੱਚ ਅਸੀਂ ਰੈਂਕ 4 ਤੋਂ ਗਲੋਬਲੀ ਰੈਂਕ 1 ਆਏ। ਉਹਦੇ ਵਿੱਚ ਅਸੀਂ ਪ੍ਰੋਪਰ ਆਪਣਾ ਡਿਜ਼ਾਈਨ ਕੰਪੋਨੈਂਟਸ ਵਗੈਰਾ ਫਾਈਨਲਾਈਜ਼ ਕਰਕੇ ਦੱਸਣਾ ਸੀ। ਅਤੇ ਉਸ ਤੋਂ ਬਾਅਦ ਸਾਡਾ ਫਾਈਨਲ ਡੈਮੋਸਟ੍ਰੇਸ਼ਨ ਹੋਈ। ਡਿਊ ਟੂ ਕੋਵਿਡ ਅਸੀਂ ਰਿਮੋਟ ਡੈਮੋਸਟ੍ਰੇਸ਼ਨ ਕੀਤੀ ਯੂਨੀਵਰਸਿਟੀ ਤੋਂ ਹੀ। ਸਾਰੀ ਫੈਸਿਲਿਟੀ ਯੂਨੀਵਰਸਿਟੀ ਵੱਲੋਂ ਪ੍ਰੋਵਾਈਡ ਹੋਈ, ਇੱਕ ਕੰਪੋਨੈਂਟ ਯੂਨੀਵਰਸਿਟੀ ਤੋਂ ਪ੍ਰੋਵਾਈਡ ਹੋਇਆ। ਅਤੇ ਅਸੀਂ ਫਾਈਨਲ ਰਾਊਂਡ ਦੇ ਵਿੱਚ 13th ਰੈਂਕ ਗਲੋਬਲੀ ਅਤੇ ਇੰਡੀਅਨ ਪ੍ਰਾਈਵੇਟ ਯੂਨੀਵਰਸਿਟੀਜ਼ ਦੇ ਵਿੱਚ 2nd ਰੈਂਕ ਪ੍ਰਾਪਤ ਕੀਤਾ। ਅਤੇ ਇਸ ਦੇ ਬਾਰੇ ਬਰੀਫ ਮੇਰਾ फेलोमेट करूँगा रिगार्डिंग कैनसेट। नमस्ते, मेरा नाम शुभम प्रधान है, मैं नीतू का ही बैचमेट हूँ। जब ये प्रोजेक्ट आया हमें बहुत इंपॉर्टेंस आ गई थी कि सैटेलाइट एजुकेशन पे हमें फोकस करना है, क्योंकि इंडिया कहीं ना कहीं सैटेलाइट एजुकेशन में स्पेस इंडस्ट्री में, कमर्शियल स्पेस इंडस्ट्री में कहीं ना कहीं पीछे चल रही है। इसका एक रीज़न ये भी है क्योंकि हम इंडियन यूथ को सैटेलाइट एजुकेशन एंड स्पेस एजुकेशन की तरफ ज़्यादा हम इंकरेज नहीं करते हैं। बट थैंक्स टू मतलब प्राइम मिनिस्टर एज वेल एज आवर यूनिवर्सिटी, इन्होंने ये अपॉर्चुनिटीज़ हमारे पास लाई। एंड ये अपॉर्चुनिटीज़ बहुत एक्सपेंसिव होती है, इनको हम स्टूडेंट लेवल पे एज फ्रॉम कमिंग फ्रॉम मिडिल क्लास फैमिली हम इनको अफोर्ड नहीं कर सकते। जो हम अफोर्ड कर सकते हैं वो है कि हम अपनी हार्ड वर्क दे सकते हैं। तो इसके लिए हमें रिसोर्सेज चाहिए होते हैं, कभी फाइनेंशियल सपोर्ट भी चाहिए होता है। तो ये सारी चीज़ें हमें यूनिवर्सिटी से मिली। एंड ये आपके सामने ये मैं रखना चाहूँगा, ये इसी स्ट्रक्चर का ये मेन सैटेलाइट है। इसी डिज़ाइन में हमारी टीम अग्नि जो कि है नासा कैनसेट में इंडिया को एक इंटरनेशनल लेवल पे पहले 4th रैंक पे हमने डिनोट किया। एंड देन क्रिटिकल डिज़ाइन में हमें वर्ल्ड रैंक 1 में भी थे, US, टर्की, ऐसे सारी कंट्रीज़ को पीछे छोड़ते हुए। इसका रीज़न यही है कि जो मैंने कहा सपोर्ट, जब तक हम लोग सपोर्ट मिलते रहेगी, हम ऐसे यूथ, हमारे से और भी यूथ हैं जो आगे आएंगे। और एक बात मैं और कहना चाहूँगा, यूनिवर्सिटी में जो कि सर ने कहा था कुछ देर पहले कल्पना चावला सेंटर है, मैं बता देना चाहूँगा कि नॉर्थ इंडिया में शायद ऐसी कोई लैब होगी जो 24 घंटे खुली होगी। हमारे वहाँ पे और सारे स्टूडेंट हैं जो रॉकेट्स पे भी काम कर रहे हैं, हमारे जूनियर्स आ रहे हैं जो अदर प्रोजेक्ट सैटेलाइट प्रोजेक्ट्स पे काम कर रहे हैं। इंडिया तब तक आगे नहीं बढ़ सकती है जब तक हम अपनी R&D को, रिसर्च एंड डेवलपमेंट को रात भर चालू ना करें। शाम 4:30 बजे लैब बंद करने से, क्लासेस बंद करने से लर्निंग नहीं होती है। लर्निंग कभी रुकनी नहीं चाहिए, और यही हम अग्नि में और चंडीगढ़ यूनिवर्सिटी में प्रमोट करना चाहते हैं, और यही इसका रिज़ल्ट। तो यही मैं कहना चाहता हूँ।